ਇਹਦਾ ਨੈਣਾ ਨੇ ਤਰਸਦਿਆਂ ਰਹਿਣਾ ਤੇਰਿਆਂ ਦੀਦਾਰਿਆਂ ਨੂੰ। ਇਹਨਾਂ ਨੈਣਾ ਨੇ ਤਰਸਦਿਆਂ ਰਹਿਣਾ ਤੇਰਿਆਂ ਦੀਦਾਰਿਆਂ ਨੂੰ। ਇਹਨਾਂ ਨੈਣਾ ਨੇ ਤਰਸਦਿਆਂ ਰਹਿਣਾ ਤੇਰਿਆਂ ਦੀਦਾਰਿਆਂ ਨੂੰ। ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਐ। 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 ਗੁਰਾਂ ਦੀ ਪ੍ਰੀਤ ਸਾਰੇ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਐ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਐ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਐ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਐ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਐ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਐ। ਉਹਨਾਂ ਨੂੰ ਕੀ ਪਤਾ ਜਿਨ੍ਹਾਂ। ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਐ। ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਐ ਜੀ। ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਐ। 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 ਗੁਰਾਂ ਦੀ ਪ੍ਰੀਤ ਸਾਰੇ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜਤ ਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ। ਸਰਦਾਰ ਭਗਵਾਨ ਸਿੰਘ ਜੀ ਜੋ ਕਿ ਉਹਨਾਂ ਦੇ ਸੁਪੁੱਤਰ ਕਾਕਾ ਤਰਨਜੋਤ ਸਿੰਘ ਜੀ ਕੈਨੇਡਾ ਦੇ ਵਿੱਚ PR ਹੋਣ ਦੀ ਖੁਸ਼ੀ ਦੇ ਵਿੱਚ ਸਮੂਹ ਪਰਿਵਾਰ ਨੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੀ ਰੱਬੀ ਬਾਣੀ ਦਾ ਓਟ ਤੇ ਆਸਰਾ ਲਿਆ। ਕਈ ਰੋਜ਼ ਤੋਂ ਲੈ ਕਰਕੇ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਸਨ, ਜਿਨ੍ਹਾਂ ਦੇ ਕੇ ਕੁਝ ਸਮਾਂ ਪਹਿਲਾਂ ਭੋਗ ਪਾਏ ਗਏ ਨੇ। ਆਓ ਜਿੰਨਾ ਕੁ ਸਮਾਂ ਸਤਿਗੁਰੂ ਪਾਤਸ਼ਾਹ ਜੀ ਹੋਰ ਸਾਨੂੰ ਬਖਸ਼ਿਸ਼ ਕਰਦੇ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਕਲਯੁਗ ਦੇ ਸਮੇਂ ਦੇ ਵਿੱਚ ਸਤਿਗੁਰਾਂ ਨੇ ਕੀਰਤਨ ਨੂੰ ਪ੍ਰਧਾਨਤਾ ਬਖਸ਼ਿਸ਼ ਕੀਤੀ। ਆਓ ਸਭ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਬੁਲਾਈਏ ਜੀ। ਕੋਈ ਵੀ ਰਸਦਾ ਬਾਂਝੀ ਨਾ ਰਵੇ, ਸਾਰੀ ਸੰਗਤ ਇੱਕੋ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਿਆਂ ਦੇ ਬੜੇ ਵੱਡੇ ਭਾਗ ਨੇ ਸਾਰਿਆਂ ਦੇ ਸਤਿਗੁਰਾਂ ਦੀ ਸਤ ਸੰਗਤ ਪ੍ਰਾਪਤ ਹੋਈ ਹੈ।
ਜਿੰਨਾ ਸਮਾਂ ਸਤਸੰਗਤ ਕਰਨੀ ਹੈ, ਸਤਿਗੁਰਾਂ ਦੀ ਬਾਣੀ ਦਾ ਫੈਸਲਾ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਸਾਵਧਾਨ ਇਕਾਗਰ ਚੀਤ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠਣ ਦਾ ਆਪਾਂ ਯਤਨ ਕਰੀਏ। ਕਲਯੁਗ ਦਾ ਭਿਆਨਕ ਸਮਾਂ ਹੈ। ਕੁਸੰਗਤ ਤੁਹਾਨੂੰ ਪੈਰ ਪੈਰ ਤੇ ਮਿਲ ਜਾਏਗੀ, ਸਤ ਸੰਗਤ ਦਾ ਸਮਾਂ ਤੁਹਾਨੂੰ ਕਿਤੇ ਕਿਤੇ ਮਿਲੇਗਾ। ਕੁਸੰਗਤ ਪੈਰ ਪੈਰ ਤੇ ਮਿਲ ਜਾਏਗੀ, ਸਾਧ ਸੰਗਤ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਇਸ ਸੰਸਾਰ ਦੇ ਵਿੱਚ, ਇਸ ਜਗਤ ਦੇ ਵਿੱਚ ਸੂਰਮਾ ਕੌਣ ਹੈ? ਮਹਾਰਾਜ ਕਹਿੰਦੇ, ਜਾਗੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਪਾਂ ਸੂਰਮਾ ਕਿਹਨੂੰ ਕਹਿੰਦੇ ਆ? ਜਿਹੜਾ ਮੈਦਾਨ ਦੇ ਵਿੱਚ ਜਾਂ ਕਿਸੇ ਜੰਗ ਨੂੰ ਜਿੱਤ ਕੇ ਆਵੇ, ਆਪਾਂ ਉਹਨੂੰ ਕਹਿੰਦੇ ਆ ਵੀ ਇਹ ਸੂਰਮਾ ਹੈ, ਵੀ ਇਹ ਜੰਗ ਜਿੱਤ ਕੇ ਆਇਆ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਸੂਰਮਾ ਉਹ ਹੈ ਭਾਈ ਜਿਹਨੇ ਆਪਣੇ ਪੰਜਾਂ ਵਿਕਾਰਾਂ ਨੂੰ ਜਿੱਤ ਲਿਆ, ਜਿਹਨੇ ਆਪਣੇ ਮਨ ਤੇ ਕਾਬੂ ਪਾ ਲਿਆ। ਅਸਲ ਦੇ ਵਿੱਚ ਸੂਰਮਾ ਉਹ ਹੈ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਜਿਹਨੂੰ ਕਲਯੁਗ ਦੇ ਸਮੇਂ ਦੇ ਵਿੱਚ ਨਾਮ ਦਾ ਰੰਗ ਲੱਗ ਗਿਆ, ਸੇਵਾ ਸਿਮਰਨ ਦਾ ਰੰਗ ਲੱਗ ਗਿਆ। ਸਾਧ ਸੰਗਤ ਜੀ, ਅਸਲ ਦੇ ਵਿੱਚ ਸੂਰਮਾ ਹੀ ਉਹ ਹੈ, ਆਪਣੀਆਂ ਇੰਦਰੀਆਂ ਤੇ ਕਾਬੂ ਪਾ ਲਿਆ, ਕੰਟਰੋਲ ਕਰ ਲਿਆ। ਅਸਲ ਸੂਰਮਾ ਉਹ ਹੈ ਜਿਹਨੂੰ ਨਾਮ ਦਾ ਰੰਗ ਲੱਗਿਆ। ਪਰ ਲੱਗਦਾ ਕਿਹਨਾਂ ਨੂੰ ਹੈ? ਜਿਨ੍ਹਾਂ ਦੇ ਵੱਡੇ ਭਾਗ ਹੋਣ। ਲਾਲ ਰੰਗ ਤਿਸ ਕਉ ਲੱਗਾ, ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਲਿਆ, ਆਪਣੇ ਮਨ ਤੇ ਕੰਟਰੋਲ ਕਰ ਲਿਆ, ਉਹ ਅਸਲ ਦੇ ਵਿੱਚ ਸੂਰਮੇ ਨੇ। ਜਿਨ੍ਹਾਂ ਨੂੰ ਸੰਤੋਖ ਆ ਗਿਆ, ਜਿਨ੍ਹਾਂ ਨੂੰ ਸਬਰ ਆ ਗਿਆ। ਸਾਧ ਸੰਗਤ, ਨਹੀਂ ਤੇ ਕਲਯੁਗ ਦਾ ਭਿਆਨਕ ਸਮਾਂ ਹੈ। ਕਲਯੁਗ ਦੇ ਸਮੇਂ ਵਿੱਚ ਗੁਰਮੁਖ ਪਿਆਰਿਓ, ਸਤ ਸੰਗਤ ਕਿਤੇ ਕਿਤੇ ਮਿਲਦੀ ਹੈ, ਉਹ ਸੰਗਤ ਪੈਰ ਪੈਰ ਤੇ ਤੁਹਾਨੂੰ ਮਿਲ ਜਾਏਗੀ। ਕਹਿੰਦੇ ਕਲਯੁਗ ਦੇ ਵਿੱਚ ਬੜੀਆਂ ਤੱਤੀਆਂ ਹਵਾਵਾਂ ਚੱਲਦੀਆਂ ਨੇ। ਇਸ ਸਮੇਂ ਦੇ ਵਿੱਚ ਕਲ ਤਾਤੀ ਠੰਡਾ ਹਰਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਜੇ ਕਲਯੁਗ ਦੇ ਵਿੱਚ ਠੰਡਾ ਹੈ ਤਾਂ ਪਰਮੇਸ਼ਰ ਦਾ ਨਾਮ ਠੰਡਾ ਹੈ। ਬਾਕੀ ਸਾਰਾ ਸੰਸਾਰ ਦੇਖੋ ਸੜ ਬਲ ਰਿਹਾ ਇਸ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ। ਕਲ ਤਾਤੀ ਠੰਡਾ ਹਰਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਪੜਿਓ ਸਾਰੀ ਸੰਗਤ ਪਿਆਰ ਦੇ ਨਾਲ। ਕਲਯੁਗ ਤਤੀਆਂ ਹਵਾਵਾਂ ਮਾਰਦਾ, ਠੰਡਾ ਤੇਰਾ ਨਾਮ ਵਾਹਿਗੁਰੂ। 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 ਕਲਯੁਗ
ਤੱਤੀਆਂ ਹਵਾਵਾਂ ਮਾਰਦਾ, ਹਵਾਵਾਂ ਮਾਰਦਾ। ਠੰਡਾ ਤੇਰਾ ਨਾਮ ਵਾਹਿਗੁਰੂ, ਕਲਯੁਗ ਤੱਤੀਆਂ ਹਵਾਵਾਂ ਪਿਆ ਮਾਰਦਾ। ਠੰਡਾ ਤੇਰਾ ਨਾਮ ਵਾਹਿਗੁਰੂ, ਕਲਯੁਗ ਤੱਤੀਆਂ ਹਵਾਵਾਂ ਮਾਰਦਾ। ਠੰਡਾ ਤੇਰਾ ਨਾਮ ਵਾਹਿਗੁਰੂ, ਕਲਯੁਗ ਤੱਤੀਆਂ ਹਵਾਵਾਂ ਮਾਰਦਾ। ਠੰਡਾ ਤੇਰਾ ਨਾਮ ਵਾਹਿਗੁਰੂ, ਕਲਯੁਗ ਤੱਤੀਆਂ ਹਵਾਵਾਂ ਪਿਆ ਮਾਰਦਾ। ਠੰਡਾ ਤੇਰਾ ਨਾਮ ਵਾਹਿਗੁਰੂ, ਕਲਯੁਗ ਤੱਤੀਆਂ ਹਵਾਵਾਂ ਪਿਆ ਮਾਰਦਾ। ਠੰਡਾ ਤੇਰਾ ਨਾਮ ਵਾਹਿਗੁਰੂ। ਠੰਡਾ ਤੇਰਾ ਜੀ ਨਾਮ ਵਾਹਿਗੁਰੂ, ਠੰਡਾ ਤੇਰਾ ਜੀ ਹੋ ਨਾਮ ਵਾਹਿਗੁਰੂ। ਠੰਡਾ ਤੇਰਾ ਜੀ ਨਾਮ ਵਾਹਿਗੁਰੂ, ਠੰਡਾ ਤੇਰਾ ਜੀ ਨਾਮ ਵਾਹਿਗੁਰੂ। ਠੰਡਾ ਤੇਰਾ ਜੀ ਨਾਮ ਵਾਹਿਗੁਰੂ, ਠੰਡਾ ਤੇਰਾ ਜੀ ਨਾਮ ਵਾਹਿਗੁਰੂ। ਹੋ ਠੰਡਾ ਤੇਰਾ ਜੀ ਨਾਮ ਵਾਹਿਗੁਰੂ, ਹੋ ਠੰਡਾ ਤੇਰਾ ਜੀ ਹੋ ਨਾਮ ਵਾਹਿਗੁਰੂ। ਓ ਠੰਡਾ ਤੇਰਾ ਜੀ ਨਾਮ ਵਾਹਿਗੁਰੂ, ਠੰਡਾ ਤੇਰਾ ਜੀ ਨਾਮ ਵਾਹਿਗੁਰੂ। ਠੰਡਾ ਤੇਰਾ ਜੀ ਨਾਮ ਵਾਹਿਗੁਰੂ, ਠੰਡਾ ਤੇਰਾ ਜੀ ਨਾਮ ਵਾਹਿਗੁਰੂ। ਕਲਯੁਗ ਤੱਤੀਆਂ ਹਵਾਵਾਂ ਪਿਆ ਮਾਰਦਾ, ਠੰਡਾ ਤੇਰਾ ਨਾਮ ਵਾਹਿਗੁਰੂ। ਕਲਯੁਗ ਤੱਤੀਆਂ ਹਵਾਵਾਂ ਪਿਆ ਮਾਰਦਾ, ਠੰਡਾ ਤੇਰਾ ਨਾਮ ਵਾਹਿਗੁਰੂ। ਕਲਯੁਗ ਤੱਤੀਆਂ ਹਵਾਵਾਂ ਪਿਆ ਮਾਰਦਾ, ਹਾਂਜੀ ਠੰਡਾ ਤੇਰਾ ਨਾਮ ਵਾਹਿਗੁਰੂ। ਕਲਯੁਗ ਤੱਤੀਆਂ ਹਵਾਵਾਂ ਪਿਆ ਮਾਰਦਾ, ਠੰਡਾ ਤੇਰਾ ਨਾਮ ਵਾਹਿਗੁਰੂ। ਕਲਯੁਗ ਤੱਤੀਆਂ ਹਵਾਵਾਂ ਪਿਆ ਮਾਰਦਾ, ਠੰਡਾ ਤੇਰਾ ਨਾਮ ਵਾਹਿਗੁਰੂ। ਕਲਯੁਗ ਤੱਤੀਆਂ ਹਵਾਵਾਂ ਪਿਆ ਮਾਰਦਾ, ਠੰਡਾ ਤੇਰਾ ਨਾਮ ਵਾਹਿਗੁਰੂ। ਮਹਾਰਾਜ ਕਹਿੰਦੇ ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਸਦਾ ਸੁਖ ਪਾਓ। ਕਲਯੁਗ ਦੇ ਸਮੇਂ ਵਿੱਚ ਠੰਡਾ ਜੇ ਹੈ ਭਾਈ ਪਰਮੇਸ਼ਰ ਦਾ ਨਾਮ ਹੈ। ਤੇ ਗੁਰਮੁਖ ਪਿਆਰਿਓ, ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਬਾਣੀ ਦੇ ਵਿੱਚ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਬਿਰਦ ਕਹੀਏ ਪੰਜਾਬੀ ਦੇ ਵਿੱਚ ਸੁਭਾਅ, ਅੰਗਰੇਜ਼ੀ ਦੇ ਵਿੱਚ ਕਹੀਏ ਨੇਚਰ, ਹਿੰਦੀ ਦੇ ਵਿੱਚ ਬਿਰਦ ਕਹਿੰਦੇ ਆ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਕਿਦਾਂ ਦਾ ਹੈ? ਉਹਦਾ ਸੁਭਾਅ ਇਦਾਂ ਦਾ ਹੈ ਕਿ ਆਪਣੇ ਸੇਵਕ ਤੇ ਕੋਈ ਵੀ ਜਦੋਂ ਦੁੱਖ ਦਾ ਸਮਾਂ ਆਵੇ ਨਾ ਪਿਆਰਿਓ, ਉਹ ਆਪਣੇ ਸੇਵਕ ਨੂੰ ਦੁੱਖ ਦਾ ਸਮਾਂ ਦੇਖਣ ਨਹੀਂ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਦ ਸੰਭਾਲੇ। ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਹਰੇਕ ਸਾਹ ਦੇ ਨਾਲ ਜੀਵ ਦੀ ਪ੍ਰਤਪਾਲਣਾ ਕਰਦਾ ਹੈ। ਇੱਥੇ ਹੀ ਨਹੀਂ, ਮਾਤਾ ਦੇ ਗਰਭ ਦੇ ਵਿੱਚ ਵੀ ਉਹ ਪਰਮੇਸ਼ਰ ਜਿਹੜਾ ਹੈ ਭਾਈ ਸੰਭਾਲ ਕਰਦਾ ਹੈ। ਦੇਖੋ ਅੱਗ ਤੇ ਪਾਣੀ ਦਾ ਮੇਲ ਨਹੀਂ ਨਾ ਹੈ। ਤੇ ਗੁਰਮੁਖ ਪਿਆਰਿਓ,
ਜਿੱਥੇ ਪਾਣੀ ਹੈ ਉੱਥੇ ਅੱਗ ਨਹੀਂ ਹੋ ਸਕਦੀ, ਜਿੱਥੇ ਅੱਗ ਹੈ ਉੱਥੇ ਪਾਣੀ ਨਹੀਂ ਹੋ ਸਕਦਾ। ਪਰ ਇਹ ਜੀਵ ਦੀ ਰੱਖਿਆ ਮਾਤਾ ਦੇ ਗਰਭ ਦੇ ਵਿੱਚ, ਉੱਥੇ ਵੀ ਗੁਰਮੁਖ ਪਿਆਰਿਓ ਜਠ ਆਗਨ ਜਿਹਨੂੰ ਕਹਿੰਦੇ ਐ, ਜਠ ਆਗਨ ਦੇ ਵਿੱਚ ਵੀ ਇਹ ਜੀਵ ਦੀ ਰੱਖਿਆ ਕਰਦਾ ਹੈ। ਹਰੇਕ ਸਾਹ ਦੇ ਨਾਲ ਮਾਲਕ ਜਿਹੜਾ ਨਾ, ਪਰਮੇਸ਼ਰ ਜਿਹੜਾ ਹੈ, ਹਰੇਕ ਜੀਵ ਦੀ ਰੱਖਿਆ ਕਰਦਾ ਹੈ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਇਹ ਵਾਹਿਗੁਰੂ ਦਾ ਬਿਰਧ ਹੈ ਕਿ ਆਪਣੇ ਸੇਵਕ ਦੀ ਆਪ ਪ੍ਰਤਪਾਲਨਾ ਕਰਦਾ ਹੈ, ਦੁੱਖ ਦਾ ਸਮਾਂ ਨੂੰ ਦੇਖਣ ਨਹੀਂ ਦਿੰਦਾ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਪੰਜਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਉਹਨਾਂ ਦਾ ਸਿੱਖ ਹੋਇਆ ਇੱਕ, ਜਿਹਦਾ ਨਾਂ ਹੈ ਭਾਈ ਕਟਾਰੂ। ਮਹਾਰਾਜ ਜੀ ਦੇ ਨਾਲ ਬੜਾ ਪਿਆਰ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚੇ ਆ, ਪਛਾਰ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਮੈਨੂੰ ਸਿੱਖੀ ਦੀ ਦਾਤ ਬਖਸ਼ ਦਿਓ ਮਹਾਰਾਜ। ਤੇ ਗੁਰਮੁਖ ਪਿਆਰਿਓ, ਮਹਾਰਾਜ ਜੀ ਕਿਰਪਾ ਕਰਦੇ ਨੇ, ਜਿਹੜਾ ਗਾਹਕ ਬਣ ਕੇ ਆਵੇ ਨਾ ਤੇ ਉਹਦੀ ਖੈਰ ਦੇ ਨਾਲ ਝੋਲੀ ਵੀ ਫਿਰ ਜ਼ਰੂਰ ਭਰਦੇ ਨੇ। ਮਹਾਰਾਜ ਇਹੀ ਕਿਰਪਾ ਕਰਿਓ ਕਿ ਆ ਮਨ ਜਿਹੜਾ ਸਦਾ ਹੀ ਤੁਹਾਡੇ ਚਰਨਾਂ ਦੇ ਵਿੱਚ ਜੁੜਿਆ ਰਹੇ, ਆ ਬਿਰਤੀ ਜੁੜ ਜੇ ਤੁਹਾਡੇ ਚਰਨਾਂ ਵਿੱਚ। ਪੜਿਓ ਸਾਰੀ ਸੰਗਤ। ਕਿਰਪਾ ਕਰ ਦੇ ਮੇਰੇ ਅਸਾਈਆਂ, ਕਿਰਪਾ ਕਰ ਦੇ ਮੇਰੇ ਆਸਾਈਆਂ, ਓ ਕਿਰਪਾ ਕਰ ਦੇ ਮੇਰੇ ਆਸਾਈਆਂ, 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 ਕਿਰਪਾ ਕਰ ਦੇ ਹਾਂ ਮੇਰੇ ਆਸਾਈਆਂ, ਕਿਰਪਾ ਕਰ ਦੇ ਮੇਰੇ ਆਸਾਈਆਂ, ਕਿਰਪਾ ਕਰ ਦੇ ਮੇਰੇ ਆਸਾਈਆਂ, ਕਿਰਪਾ ਕਰ ਦੇ ਮੇਰੇ ਆਸਾਈਆਂ। ਇਹ ਬਿਰਤੀ ਜੁੜ ਜੇ ਹੋ ਮੇਰੇ ਆਸਾਈਆਂ, ਬਿਰਤੀ ਜੁੜ ਜੇ ਮੇਰੇ ਆਸਾਈਆਂ, ਓ ਬਿਰਤੀ ਜੁੜਦੇ ਮੇਰੇ ਆਸਾਈਆਂ, ਇਹ ਬਿਰਤੀ ਜੁੜਦੇ ਮੇਰੇ ਆਸਾਈਆਂ, ਇਹ ਬਿਰਤੀ ਜੁੜ ਜੇ ਮੇਰੇ ਆਸਾਈਆਂ, ਇਹ ਬਿਰਤੀ ਜੁੜ ਜੇ ਮੇਰੇ ਆਸਾਈਆਂ, ਕਿਰਪਾ ਕਰ ਦੇ ਮੇਰੇ ਆਸਾਈਆਂ, ਕਿਰਪਾ ਕਰ ਦੇ ਮੇਰੇ ਆਸਾਈਆਂ, ਓ ਕਿਰਪਾ ਕਰ ਦੇ ਮੇਰੇ ਆਸਾਈਆਂ, 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 ਕਿਰਪਾ
ਜੇ ਮੇਰੇ ਆਸਾਂ ਓ ਕਿਰਪਾ ਕਰ ਦੇ ਮੇਰੇ ਆਸਾਂ ਇਹ ਬੇਨਤੀ ਜੁੜ ਜੇ ਮੇਰੇ ਆਸਾਂ ਕਿਰਪਾ ਕਰ ਦੇ ਮੇਰੇ ਆਸਾਂ ਇਹ ਬਿਰਤੀ ਜੁੜ ਜੇ ਮੇਰੇ ਆਸਾਂ ਏਦਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਫਿਰ ਅਰਦਾਸ ਬੇਨਤੀ ਕਰਦਾ ਸਤਿਗੁਰੂ ਪਾਤਸ਼ਾਹ ਇਹ ਮਨ ਤੁਹਾਡੇ ਚਰਨਾਂ ਦੇ ਵਿੱਚ ਜੁੜਿਆ ਰਹੇ ਹਮੇਸ਼ਾ। ਨਾਮ ਦੀ ਦਾਤ ਬਖਸ਼ ਦਿਓ, ਬੰਦਗੀ ਦੀ ਦਾਤ ਬਖਸ਼ ਦਿਓ। ਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਭਾਈ ਕਟਾਰੂ ਤੇ ਸਿੱਖੀ ਦੀ ਦਾਤ ਬਖਸ਼ ਦਿੱਤੀ। ਲੈ ਭਾਈ ਕਟਾਰੂ ਇਉਂ ਨਾਮ ਜਪਣਾ ਜੁਗਤੀ ਦੱਸ ਦਿੱਤੀ ਮਹਾਰਾਜ ਨੇ। ਇਉਂ ਬੰਦਗੀ ਕਰਨੀ ਹੈ, ਇਉਂ ਸੇਵਾ ਕਰਨੀ ਹੈ, ਆਪਣੀ ਕਿਰਤ ਕਰਨੀ ਹੈ ਤੇ ਨਾਲ ਸਿਮਰਨ ਵੀ ਕਰਨਾ ਹੈ, ਬੰਦਗੀ ਵੀ ਕਰਨੀ ਹੈ। ਸਾਰੀ ਜੁਗਤੀ ਦੱਸ ਦਿੱਤੀ। ਜਿੰਨਾ ਚਿਰ ਜੁਗਤੀ ਨਹੀਂ ਆਉਂਦੀ ਪਿਆਰਿਓ ਉਹਨਾਂ ਚਿਰ ਨਾਮ ਨਹੀਂ ਜਪ ਸਕਦੇ, ਉਹਨਾਂ ਚਿਰ ਬੰਦਗੀ ਨਹੀਂ ਕਰ ਸਕਦੇ ਪਿਆਰਿਓ। ਮਹਾਰਾਜ ਕਹਿੰਦੇ ਨੇ ਉਹਨਾਂ ਚਿਰ ਇਹ ਵਿਸ਼ੇ ਵਿਕਾਰ ਕੰਟਰੋਲ ਦੇ ਵਿੱਚ ਨਹੀਂ ਆ ਸਕਦੇ। ਮਹਾਰਾਜ ਜੀ ਦੇ ਬਚਨ ਆਉਂਦੇ ਨੇ ਜੁਗਤ ਦੱਸ ਦਿੱਤੀ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਾਰਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋ ਵੇਸ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਨੇ। ਜਦੋਂ ਜੋਗੀਆਂ ਦੇ ਕੋਲ ਗੁਰੂ ਨਾਨਕ ਸਾਹਿਬ ਮਹਾਰਾਜ ਗਏ, ਜੋਗੀ ਕਹਿੰਦੇ ਮਹਾਰਾਜ ਜੀ ਮੁੰਦਰਾਂ ਪਾ ਲਓ ਤੁਸੀਂ ਕੰਨਾਂ ਦੇ ਵਿੱਚ, ਅਸੀਂ ਮੁੰਦਰਾਂ ਪਾਈਆਂ ਹੋਈਆਂ ਨੇ। ਮੁੰਦ ਕਰ ਦੇਣਾ, ਬੰਦ ਕਰ ਦੇਣਾ। ਭਾਵ ਗੁਰੂ ਨਾਨਕ ਸਾਹਿਬ ਕਹਿੰਦੇ ਐ ਭਾਈ ਮੈਂ ਤੇ ਮੁੰਦਰਾਂ ਪਾਈਆਂ ਹੋਈਆਂ ਨੇ। ਜੋਗੀ ਕਹਿੰਦੇ ਫਿਰ ਜੇ ਮੁੰਦਰਾਂ ਪਾਈਆਂ ਨੇ ਫਿਰ ਦਿਖਦੀਆਂ ਕਿਉਂ ਨਹੀਂ? ਆ ਜਿੰਨੇ ਚਿੰਨ ਨੇ ਸਾਰੇ ਮਹਾਰਾਜ ਕਹਿੰਦੇ ਧਾਰਨ ਕੀਤੇ ਹੋਏ ਅਸੀਂ ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਇਹ ਜੋਗੀਆਂ ਦੇ ਚਿੰਨ ਹੋਇਆ ਕਰਦੇ ਨੇ। ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ। ਜੋਗੀ ਲੋਕ ਵਿਭੂਤੀ ਮਲਦੇ ਨੇ ਨਾ, ਸਵਾਹ ਮਲਦੇ ਆ ਪਿੰਡੇ ਤੇ। ਕਿਉਂ ਮਲਦੇ ਨੇ? ਕਿਉਂਕਿ ਸਾਨੂੰ ਮਰਨਾ ਯਾਦ ਰਵੇ ਕਿ ਅਸੀਂ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੈ। ਤੇ ਗੁਰਮੁਖ ਪਿਆਰਿਓ ਇੱਕ ਝੋਲੀ ਹੁੰਦੀ ਹੈ ਜਿਹਦੇ ਵਿੱਚ ਉਹ ਖੈਰ ਮੰਗਦੇ ਆ। ਪਰ ਮਹਾਰਾਜ ਕਹਿੰਦੇ ਮੈਂ ਤੇ ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਨੇ। ਸਤਿਗੁਰੂ ਦਿਖਦੀਆਂ ਤੇ ਹੈ ਨਹੀਂ, ਹੈ ਕਿਹੜੀਆਂ ਨੇ ਮੁੰਦਰਾਂ? ਐਸਾ ਮਹਾਰਾਜ ਜੀ ਫਰਮਾਨ ਕਰਦੇ ਨੇ। ਪੜਿਓ ਸਾਰੀ ਸੰਗਤ। ਪਾਈਆਂ ਜੋਗਿਓ ਮੈਂ ਸੰਤੋਖ ਦੀਆਂ ਮੁੰਦਰਾਂ, 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 ਓ ਪਾਈਆਂ ਜੋਗਿਓ ਮੈਂ ਸੰਤੋਖ ਦੀਆਂ ਮੁੰਦਰਾਂ, 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 ਮੈਂ ਸੰਤੋਖ ਦੀਆਂ ਮੁੰਦਰਾਂ, ਸੰਤੋਖ ਦੀਆਂ ਮੁੰਦਰਾਂ,
ਸੰਤੋਖ ਦੀਆਂ ਮੁੰਦਰਾਂ, ਸੰਤੋਖ ਦੀਆਂ ਮੁੰਦਰਾਂ, ਸੰਤੋਖ ਦੀਆਂ ਮੁੰਦਰਾਂ, ਸੰਤੋਖ ਦੀਆਂ ਮੁੰਦਰਾਂ, ਸੰਤੋਖ ਦੀਆਂ ਮੁੰਦਰਾਂ, ਸੰਤੋਖ ਦੀਆਂ ਮੁੰਦਰਾਂ, ਸੰਤੋਖ ਦੀਆਂ ਮੁੰਦਰਾਂ, ਸੰਤੋਖ ਦੀਆਂ ਮੁੰਦਰਾਂ, ਸੰਤੋਖ ਦੀਆਂ ਮੁੰਦਰਾਂ, ਸੰਤੋਖ ਦੀਆਂ ਮੁੰਦਰਾਂ। ਪਾਈਆਂ ਜੋਗੀਓ ਮੈਂ ਸੰਤੋਖ ਦੀਆਂ ਮੁੰਦਰਾਂ, ਪਾਈਆਂ ਜੋਗੀਓ ਮੈਂ ਸੰਤੋਖ ਦੀਆਂ ਮੁੰਦਰਾਂ, ਓ ਪਾਈਆਂ ਜੋਗੀਓ ਮੈਂ ਸੰਤੋਖ ਦੀਆਂ ਮੁੰਦਰਾਂ, ਪਾਈਆਂ ਜੋਗੀਓ ਮੈਂ ਸੰਤੋਖ ਦੀਆਂ ਮੁੰਦਰਾਂ, ਪਾਈਆਂ ਜੋਗੀਓ ਮੈਂ ਸੰਤੋਖ ਦੀਆਂ ਮੁੰਦਰਾਂ, ਪਾਈਆਂ ਜੋਗੀਓ ਮੈਂ ਸੰਤੋਖ ਦੀਆਂ ਮੁੰਦਰਾਂ। ਮਹਾਰਾਜ ਮੈਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇ ਮੁੰਦਰਾਂ ਪਾਈਆਂ ਨੇ। ਜੋਗੀ ਕਹਿੰਦੇ ਫਿਰ ਦਿਖਦੀਆਂ ਤੇ ਹੈ ਨਹੀਂ। ਮਹਾਰਾਜ ਕਹਿੰਦੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਕਹਿੰਦੇ ਮੈਂ ਆਪਣੇ ਕੰਨਾਂ ਨੂੰ ਮੁੰਦ ਲਿਆ, ਬੰਦ ਕਰ ਲਿਆ, ਭਾਵ ਇਹ ਸੰਤੋਖ ਦੇ ਨਾਲ ਮੁੰਦ ਗਏ ਆ ਕੰਨ। ਮੈਨੂੰ ਆ ਦਿਖਾਵੇ ਦੀਆਂ ਮੁੰਦਰਾਂ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਮੁੰਦਾ ਸੰਤੋਖ ਸ਼ਰਮ ਪਦ ਝੋਲੀ, ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜਿੱਤੈ ਜਗ ਜੀਤ। ਮਹਾਰਾਜ ਕਹਿੰਦੇ ਸਾਰੇ ਜਿੰਨੀ ਧਾਰਨ ਕੀਤੇ ਗਏ। ਤੇ ਫਿਰ ਗੁਰਮੁਖ ਪਿਆਰਿਓ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਰੀ ਜੁਗਤੀ ਦੱਸ ਦਿੱਤੀ ਕਿ ਸੰਤੋਖ ਕਿਵੇਂ ਆਉਣਾ ਹੈ, ਭਜਨ ਬੰਦਗੀ ਕਿਵੇਂ ਕਰਨੀ ਹੈ, ਸਿਮਰਨ ਕਿੱਦਾਂ ਕਰਨਾ ਹੈ, ਸਾਰਾ ਕੁਝ ਦੱਸ ਦਿੱਤਾ। ਭਾਈ ਕਟਾਰੂ ਚਲਿਆ ਗਿਆ ਆਪਣੇ ਘਰ, ਦੋਨੇ ਟਾਈਮ ਨਾਮ ਜਪਦੇ, ਕਿਰਤ ਵੀ ਕਰਦਾ ਹੈ। ਕਿਰਤ ਨੂੰ ਧਰਮ ਬਣਾ ਲਈਏ ਪਿਆਰਿਓ, ਫਿਰ ਉਹਦੇ ਵਿੱਚੋਂ ਤੁਹਾਨੂੰ ਧਰਮ ਦਿਖਣ ਲੱਗ ਪਏਗਾ। ਕਿਰਤ ਦੇ ਵਿੱਚੋਂ ਹੀ ਜਦੋਂ ਕਿਰਤ ਧਰਮ ਬਣਾ ਲਿਆ, ਜਿਹੜਾ ਵੀ ਕੋਈ ਕੰਮ ਕਰਦਾ ਹੈ, ਭਾਵੇਂ ਕੋਈ ਕੰਮ ਕਰਦਾ ਹੈ ਗੁਰਮੁਖ ਪਿਆਰਿਓ, ਹੁਣ ਸਾਰੇ ਇਲਾਕੇ ਦੇ ਵਿੱਚ ਜੈ ਜੈਕਾਰ ਹੋਣ ਲੱਗ ਗਈ ਭਾਈ ਕਟਾਰੂ ਜੀ ਦੀ। ਦੁਕਾਨ ਕਰਦਾ ਸੀ ਕਰਿਆਨੇ ਦੀ, ਨਾਲ ਨਾਲ ਸਿਮਰਨ ਕਰਦਾ ਹੈ, ਆਪਦਾ ਧਰਮ ਦੇ ਵਿੱਚੋਂ ਕਿਰਤ ਦੇ ਵਿੱਚੋਂ ਧਰਮ ਪੈਦਾ ਕਰ ਲਿਆ ਭਾਈ ਕਟਾਰੂ ਨੇ। ਸਾਰੇ ਗੱਲਾਂ ਕਰਦੇ ਆ ਬਈ ਵਾਹ ਭਾਈ ਕਟਾਰੂ ਬੜਾ ਵਧੀਆ ਸਿੱਖ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ, ਸੱਚ ਬੋਲਦਾ ਹੈ, ਘੱਟ ਤੋਲਦਾ ਨਹੀਂ। ਹੁਣ ਸਾਰੇ ਇਲਾਕੇ ਦੇ ਵਿੱਚ ਜੈ ਜੈਕਾਰ ਹੋਣ ਲੱਗਾ। ਜਦੋਂ ਕਿਰਤ ਦੇ ਵਿੱਚੋਂ ਧਰਮ ਦਿਸਣਾ ਸ਼ੁਰੂ ਹੋ ਗਿਆ, ਫਿਰ ਤੁਹਾਨੂੰ ਮਸ਼ਹੂਰੀਆਂ ਕਰਨ ਦੀ ਲੋੜ ਨਹੀਂ ਪਿਆਰਿਓ। ਫਲਾਨਾ ਮਿਸਤਰੀ ਹੈ, ਜੇ ਉਹਨੇ ਕੋਠੀ ਬਣਾਈ ਹੈ ਤੇ ਦੂਰੋਂ ਪਤਾ ਲੱਗ ਜਾਏਗਾ ਵੀ ਕਿਸੇ ਨੇ ਬਣਾਈ ਹੈ, ਕਾਰੀਗਰ ਨੇ ਬਣਾਈ ਹੈ। ਕੋਈ ਕੰਮ ਕਰਦਾ ਚਾਹੇ ਕਿਰਤ ਦੇ ਵਿੱਚੋਂ ਧਰਮ ਪੈਦਾ ਕਰਨਾ ਪਏਗਾ। ਕੋਈ ਕੰਮ ਕਰਦਾ ਚਾਹੇ ਆਪਣੇ ਕਿੱਤੇ ਦੇ ਵਿੱਚ, ਜੇ ਪਰਮੇਸ਼ਰ ਦੇ ਨਾਲ ਜੁੜਿਆ ਫਿਰ ਧਰਮ ਪੈਦਾ ਹੋ ਜਾਏਗਾ, ਸੱਚ ਦੇ ਰਾਹ ਤੇ ਜੇ ਚੱਲਦਾ। ਫਿਰ ਮਸ਼ਹੂਰੀਆਂ ਕਰਨ ਦੀ ਲੋੜ ਨਹੀਂ, ਫਿਰ ਆਪਣੇ ਆਪ ਲੋਕ ਤੁਹਾਡੇ ਕੋਲ ਆਉਣਗੇ। ਜੇ ਗੁਣ ਹੈ ਪਰਮੇਸ਼ਰ ਦਾ ਦਿੱਤਾ ਹੋਇਆ ਤੁਹਾਡੇ ਕੋਲ, ਕੋਈ ਵੀ ਗੁਣ ਹੋਵੇ। ਤੇ ਗੁਰਮੁਖ ਪਿਆਰਿਓ ਏਦਾਂ ਫਿਰ ਕਿਰਤ ਕਰਦਾ ਭਾਈ ਕਟਾਰੂ। ਮਹਾਰਾਜ ਨੇ ਜੁਗਤੀ ਦੱਸ ਦਿੱਤੀ, ਜੁਗਤ ਡੰਡਾ ਪ੍ਰਤੀਤ। ਪ੍ਰਤੀਤ ਦਾ ਡੰਡਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਿੱਦਾਂ ਦੇ ਵਿੱਚ ਬਸ ਦੇ ਵਿੱਚ ਕਰਨਾ ਹੈ, ਕਿੱਦਾਂ ਇਹਨਾਂ ਨੂੰ ਭਜਾਉਣਾ ਹੈ। ਹੁਣ ਫਿਰ ਉੱਥੇ ਹਰਕਾਲੂ ਪੁਰਖ ਵੀ ਪੈਦਾ ਹੋ ਜਾਂਦੇ ਨੇ ਸਾਧ ਸੰਗਤ। ਇੱਕ ਸਾਖਤ ਬੰਦਾ
ਤੇ ਨਾਲ ਉਹਦੇ 5-4 ਹੋਰ ਰਲ ਗਏ, ਫਿਰ ਦੁਸ਼ਟ ਚੌਂਕੜੀ ਬਣਦੀ ਹੈ। ਕਹਿੰਦੇ ਵੀ ਇਹਦੀ ਤੇ ਚੜ੍ਹਦੀ ਕਲਾ ਹੋ ਗਈ, ਸਾਡਾ ਤੇ ਕੰਮ ਠੱਪ ਹੋ ਗਿਆ। ਸਾਨੂੰ ਹੁਣ ਇੱਥੇ ਕਿਹਨੇ ਪੁੱਛਣਾ? ਭਾਈ ਕਟਾਰੂ ਦੇ ਗਾਹਕ ਬੜੇ ਵੱਧ ਗਏ ਨੇ, ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਚੱਲਣ ਲੱਗ ਪਿਆ, ਕਿਉਂਕਿ ਸੱਚ ਬੋਲਦਾ ਸੀ, ਸਹੀ ਤੋਲਦਾ ਸੀ, ਤੇ ਇਲਾਕੇ ਦੇ ਵਿੱਚ ਇੱਜ਼ਤ ਵੀ ਬੜੀ ਬਣ ਗਈ, ਇਲਾਕੇ ਦੇ ਵਿੱਚ ਵਾਹ-ਵਾਹ ਵੀ ਹੋਣ ਲੱਗ ਪਈ। ਤੇ ਗੁਰਮੁਖ ਪਿਆਰਿਓ, ਫਿਰ ਜਿਹੜੇ ਮੁਹੱਲੇ ਦੇ ਦੁਕਾਨਦਾਰ ਸੀ, ਸਾਰਿਆਂ ਨੇ ਰਾਏ ਕੀਤੀ ਵੀ ਕੁਝ ਕਰਨਾ ਪੈਣਾ ਹੈ ਆਪਾਂ ਨੂੰ, ਕਿਉਂਕਿ ਉਹਨਾਂ ਦਾ ਕੰਮ ਹੁੰਦਾ ਹੈ ਕਿਸੇ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਈਰਖਾ ਕਰਨੀ। ਫਲਾਣੇ ਨੇ ਆਹ ਸਮਾਨ ਲੈ ਲਿਆ, ਗੱਡੀ ਲੈ ਲਿਆ, ਕੋਠੀ ਪਾ ਲਈ। ਸਾਡਾ ਵੀ ਸੁਭਾਅ ਹੈ ਵੀ ਸਾਡਾ ਕਿਉਂ ਨਹੀਂ ਬਣਿਆ? ਫਲਾਣੇ ਦਾ ਮੁੰਡਾ ਬਾਹਰ ਚਲਿਆ ਗਿਆ, ਕੈਨੇਡਾ ਚਲਿਆ ਗਿਆ, ਅਮਰੀਕਾ ਚਲਿਆ ਗਿਆ, ਸਾਡਾ ਕਿਉਂ ਨਹੀਂ ਗਿਆ? ਏਦਾਂ ਆਪਾਂ ਜ਼ਿਆਦਾ ਦੁਖੀ ਹੁੰਨੇ ਆ। ਤੇ ਹੁਣ ਉਹਨਾਂ ਨੇ ਗੁਰਮੁਖ ਪਿਆਰਿਓ, ਇੱਕ ਬੰਦਾ ਰਲ ਗਿਆ ਸਾਕਤ, ਕਈਆਂ ਦੇ ਨਾਲ ਰਲ ਕੇ ਫਿਰ ਦੁਸ਼ਟ ਚੌਂਕੜੀ ਬਣ ਗਈ। ਭਾਈ ਗੁਰਦਾਸ ਜੀ ਕਹਿੰਦੇ ਆ, ਬਾਣੀ ਆਪਣੀ ਬਾਣੀ ਦੇ ਵਿੱਚ ਬਚਨ ਕਰਦੇ ਆ, ਕਹਿੰਦੇ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ। ਕੂੜ ਬੋਲਦੇ ਫਿਰਦੇ ਆ, ਫਿਰ ਇਸ ਤਰ੍ਹਾਂ ਬੋਲਦੇ ਫਿਰਦੇ ਆ। ਸਦਾ ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ, ਸਦਾ ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ। ਸਦਾ ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ, ਸਦਾ ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ, ਸਦਾ ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ। ਉਹ ਕੂੜ ਕਮਾਉਂਦੀ ਫਿਰਦੀ, ਕੂੜ ਕਮਾਉਂਦੀ ਫਿਰਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ, ਕੂੜ ਕਮਾਉਂਦੀ ਫਿਰਦੀ, ਕੂੜ ਕਮਾਉਂਦੀ ਫਿਰਦੀ, ਕੂੜ ਕਮਾਉਂਦੀ ਫਿਰਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ, ਕੂੜ ਕਮਾਉਂਦੀ ਫਿਰਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ, ਕੂੜ ਕਮਾਉਂਦੀ ਫਿਰਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ, ਕੂੜ ਕਮਾਉਂਦੀ ਫਿਰਦੀ, ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ, 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 ਕੂੜ ਕਮਾਉਂਦੀ ਫਿਰਦੀ ਚੌਂਕੜੀ ਦੁਸ਼ਟਾਂ ਦੀ। ਏਦਾਂ ਗੁਰਮੁਖ ਪਿਆਰਿਓ ਸਲਾਹਾਂ ਕਰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ। ਉਹਨਾਂ ਦਾ ਕੰਮ ਹੁੰਦਾ ਹੈ ਕੂੜ ਬੋਲਣਾ, ਕੂੜ ਬੋਲੀ ਜਾਣਾ। ਫਿਰ ਇੱਕ ਨੇ ਸਲਾਹ ਦਿੱਤੀ ਵੀ ਏਦਾਂ ਕਰੋ ਵੀ ਜਿਨ੍ਹਾਂ ਬੱਟਿਆਂ ਦੇ ਨਾਲ ਇਹ ਤੋਲਦਾ ਹੈ ਇਹਦੇ ਬੱਟੇ ਬਦਲ ਦਈਏ। ਤੇ ਗੁਰਮੁਖ ਪਿਆਰਿਓ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਚਲਾਕੀ ਦੇ ਨਾਲ ਕੀ ਕੀਤਾ, ਭਾਈ ਕਟਾਰੂ ਜੀ ਦੇ ਜਦੋਂ ਦੁਕਾਨ ਤੇ ਗਏ ਨਾ ਪਿਆਰਿਓ, ਬੜੀ ਚਲਾਕੀ ਦੇ ਨਾਲ ਇੱਕ ਬੱਟਾ ਚੁੱਕ ਲਿਆ ਤੇ ਆਪਣਾ ਬੱਟਾ ਰੱਖਿਆ ਏ, ਜਿਹੜਾ ਘੱਟ ਸੀ, 5 ਪੈਸੇ ਘੱਟ ਸੀ ਪਿਆਰਿਓ, ਉਹ ਬੱਟਾ ਉੱਤੇ ਰੱਖ ਦਿੱਤਾ। ਹੁਣ ਭਾਈ ਕਟਾਰੂ ਜੀ ਆਪਣੀ ਕਿਰਤ ਕਰਦੇ ਐ ਸੱਚ ਦੀ,
ਜਿਵੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਸੀ। ਸੱਚ ਬੋਲਦੇ ਐ, ਸੱਚ ਤੋਲਦੇ ਐ। ਹੁਣ ਉਹ ਬੱਟਾ ਲੈ ਕੇ ਚੁੱਕ ਕੇ ਸੋਚਦੇ ਆ ਵੀ ਹੁਣ ਜਿਹੜੇ ਮਾਲ ਵਪਾਰ ਵਾਲੇ ਭਾਗ ਹੈ ਵੀ ਉਹਨਾਂ ਨੂੰ ਸ਼ਿਕਾਇਤ ਕਰ ਦਈਏ ਜਾ ਕੇ। ਮਾਲ ਵਿਭਾਗ ਨੂੰ ਸ਼ਿਕਾਇਤ ਕਰ ਦਈਏ ਵੀ ਇਹ ਘੱਟ ਤੋਲਦਾ ਹੈ, ਅੱਜ ਦੀ ਦੁਕਾਨ ਜਿਹੜੀ ਹੈ ਆਪਣੇ ਆਪ ਬੰਦ ਹੋ ਜਾਏਗੀ, ਤੇ ਜਿਹੜੀ ਇਹਦੀ ਇੱਜ਼ਤ ਬਣੀ ਹੋਈ ਹੈ ਉਹ ਬਦਨਾਮੀ ਇਹਦੀ ਫਿਰ ਸਾਰੇ ਇਲਾਕੇ ਦੇ ਵਿੱਚ ਆਪਣੇ ਆਪ ਹੀ ਹੋ ਜਾਣੀ ਹੈ। ਤੇ ਗੁਰਮੁਖ ਪਿਆਰਿਓ ਕਹਿੰਦੇ ਇਹਨਾਂ ਨੇ ਸ਼ਿਕਾਇਤ ਕਰ ਦਿੱਤੀ ਮਾਲ ਵਿਭਾਗ ਨੂੰ ਕਿ ਭਾਈ ਕਟਾਰੂ ਹੈ, ਉਹਦੀ ਦੁਕਾਨ ਹੈ, ਉਹ ਘੱਟ ਤੋਲਦਾ। ਤੇ ਗੁਰਮੁਖ ਪਿਆਰਿਓ ਮਾਲ ਵਿਭਾਗ ਵਾਲੇ ਆਏ, ਭਾਈ ਕਟਾਰੂ ਜੀ ਆਪਣੀ ਦੁਕਾਨ ਤੇ ਬੈਠੇ ਐ, ਕਰਿਆਨੇ ਦਾ ਸਮਾਨ ਵੇਚ ਰਿਹਾ ਹੈ। ਕਹਿੰਦੇ ਭਾਈ ਕਟਾਰੂ ਜੀ ਤੁਹਾਡੀ ਚੈਕਿੰਗ ਕਰਨੀ ਹੈ, ਤੁਹਾਡੇ ਬੱਟੇ ਦੇਖਣੇ ਆ, ਤੁਹਾਡੇ ਬੱਟੇ ਚੈੱਕ ਕਰਨੇ ਆ। ਹੁਣ ਜਿਹੜਾ ਸੱਚ ਬੋਲਦਾ ਹੈ ਪਿਆਰੇ, ਉਹਨੂੰ ਫਿਰ ਡਰ ਕਿੱਥੋਂ ਹੁੰਦਾ ਹੈ? ਉਹਨਾਂ ਦੇ ਮਨ 'ਚ ਹੈ ਹੀ ਨਹੀਂ ਸੀ। ਕਹਿੰਦਾ ਜੀ ਕੋਈ ਗੱਲ ਨਹੀਂ, ਤੁਸੀਂ ਸਾਰੇ ਬੱਟੇ ਚੈੱਕ ਕਰ ਲਓ, ਸਾਰੇ ਬੱਟੇ ਚੈੱਕ ਕਰੋ। ਲੱਗੇ ਕਰਨ ਚੈੱਕ ਗੁਰਮੁਖ ਪਿਆਰਿਓ, ਸਾਰੇ ਬੱਟੇ ਚੈੱਕ ਕੀਤੇ ਤੇ ਉਹਨਾਂ ਬੱਟਿਆਂ ਦੇ ਵਿੱਚ ਪਿਆ ਸੀ ਛੋਟਾ ਬੱਟਾ ਜਿਹੜਾ ਉਹ ਰੱਖ ਗਏ ਸੀ ਪਿਆਰਿਓ। ਤੇ ਭਾਈ ਕਟਾਰੂ ਜੀ ਦੀ ਨਿਗਾਹ ਪੈ ਗਿਆ, ਕਹਿੰਦਾ ਵੀ ਇਹ ਬੱਟਾ ਮੇਰਾ ਤੇ ਹੈ ਨਹੀਂ, ਕਿਉਂਕਿ ਆਪਣੀ ਚੀਜ਼ ਦਾ ਪਤਾ ਹੀ ਹੁੰਦਾ ਵੀ ਆਪਾਂ ਨੂੰ ਵੀ ਆਪਣੀ ਚੀਜ਼ ਹੈ ਇਹ। ਤੇ ਗੁਰਮੁਖ ਪਿਆਰਿਓ ਭਾਈ ਕਟਾਰੂ ਜੀ ਸੋਚਦੇ ਆ ਵੀ ਇਹ ਕਿਸੇ ਨੇ ਚਲਾਕੀ ਕੀਤੀ ਹੈ, ਕਿਸੇ ਨੇ ਮੇਰੀ ਸ਼ਿਕਾਇਤ ਕੀਤੀ ਹੈ, ਤਾਂ ਮਾਲ ਵਿਭਾਗ ਵਾਲੇ ਆਏ ਨੇ, ਤਾਂ ਮੇਰੀ ਚੈਕਿੰਗ ਹੋ ਰਹੀ ਹੈ। ਹੁਣ ਕੀ ਕਰਦਾ? ਅਰਦਾਸ ਕਰਦਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਇਹ ਬੱਟਾ ਕਿਸੇ ਨੇ ਬਦਲ ਦਿੱਤਾ, ਹੁਣ ਤੁਸੀਂ ਆਪੇ ਹੀ ਪੂਰਾ ਕਰਿਓ। ਆਖੋ ਸਤਨਾਮ। ਅਪੀਲ ਰੂਪ ਦੇ ਵਿੱਚ ਅਰਦਾਸ ਬੇਨਤੀ ਕੀਤੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਹੁਣ ਦੁੱਖ ਦਾ ਸਮਾਂ ਮੇਰੇ ਤੇ ਆ ਗਿਆ, ਕਿਸੇ ਨੂੰ ਸਜ਼ਾ ਹੋ ਜੇ ਨਾ ਪਿਆਰਿਓ ਸੈਸ਼ਨ ਕੋਰਟ ਵੱਲੋਂ, ਤੇ ਉਹ ਫਿਰ ਹਾਈ ਕੋਰਟ ਤੇ ਪਹੁੰਚਦਾ। ਜੇ ਉੱਥੇ ਵੀ ਸੁਣਵਾਈ ਨਾ ਹੋਵੇ ਫਿਰ ਸੁਪਰੀਮ ਕੋਰਟ ਦੇ ਵਿੱਚ ਚਲਿਆ ਜਾਂਦਾ ਹੈ। ਜੇ ਉੱਥੇ ਵੀ ਸੁਣਵਾਈ ਨਾ ਹੋਵੇ ਫਿਰ ਰਾਸ਼ਟਰਪਤੀ ਕੋਲ ਜਾਂਦਾ ਹੈ। ਹੁਣ ਰਾਸ਼ਟਰਪਤੀ ਉਹਦੇ ਕੋਲ ਬੜੀਆਂ ਅਪੀਲਾਂ ਆਉਂਦੀਆਂ ਨੇ, ਕਿਸੇ ਦੀ ਸੁਣੀ ਜਾਂਦੀ ਹੈ, ਕਿਸੇ ਦੀ ਸੁਣੀ ਨਹੀਂ ਜਾਂਦੀ। ਹੁਣ ਏਦਾਂ ਅਪੀਲ ਰੂਪ ਦੇ ਵਿੱਚ ਭਾਈ ਕਟਾਰੂ ਅਰਦਾਸ ਕਰਦਾ ਹੈ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ, ਅਸੀਂ ਸੁਣਿਆ ਤੁਹਾਡੇ ਬਾਰੇ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਤੁਹਾਡਾ ਸੁਭਾਅ ਹੈ ਆਪਣੇ ਪਿਆਰਿਆਂ ਦੀ ਬਿਰਧ ਪੈਜ ਤੁਸੀਂ ਰੱਖਦੇ ਆਏ ਹੋ, ਸਾਰੀ ਦੁਨੀਆ ਦੀ ਵੱਡਿਆਂ ਦੀ ਤੁਸੀਂ ਸੁਣਦੇ ਹੋ ਸਤਿਗੁਰੂ। ਸਾਰੀ ਦੁਨੀਆ ਦੀ ਤੁਸੀਂ ਸੁਣਦੇ ਹੋ, ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਸਾਰੀ ਦੁਨੀਆ ਦੀ ਸੁਣਦੇ ਹੋ। ਸਮੇਂ ਦੇ ਵਿੱਚ ਜੇ ਤੁਹਾਡੇ ਚਰਨਾਂ ਵਿੱਚ ਧਰੂ ਨੇ ਅਰਦਾਸ ਕੀਤੀ, ਉਹਦੀ ਵੀ ਅਰਦਾਸ ਤੁਸੀਂ ਸੁਣੀ। ਪ੍ਰਹਿਲਾਦ ਨੇ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ, ਅਰਦਾਸ ਕੀਤੀ, ਉਹਦੀ ਵੀ ਅਰਦਾਸ ਤੁਸੀਂ ਸੁਣੀ। ਇਸ ਕਰਕੇ ਹੁਣ ਸਤਿਗੁਰੂ ਜੀ ਸੁਣਦੇ ਆ ਤੁਹਾਡੇ ਬਾਰੇ, ਔਖੀ ਘੜੀ ਨਾ ਦੇਖਣ ਦੇਈ, ਆਪਣੇ ਸੇਵਕਾਂ ਨੂੰ ਦੁੱਖ ਦਾ ਸਮਾਂ ਨਹੀਂ ਤੂੰ ਦੇਖਣ ਦਿੰਦਾ, ਮੇਰੀ ਵੀ ਲਾਜ ਰੱਖਿਓ। ਸਾਰੀ ਦੁਨੀਆ ਦੀ ਅਰਦਾਸ ਤੁਸੀਂ ਸੁਣਦੇ ਹੋ। ਦੁਨੀਆ ਦੀ ਸੁਣਦਾ ਮੈਂ ਕੀ ਜਾਣਾ, ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ,
ਦੁਨੀਆ ਦੀ ਸੁਣ ਲੈ ਮੈਂ ਕੀ ਜਾਣਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆ ਦੀ ਸੁਣ ਲੈ ਮੈਂ ਕੀ ਜਾਣਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆ ਦੀ ਸੁਣ ਲੈ ਮੈਂ ਕੀ ਜਾਣਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ 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 ਜੇ ਮੇਰੀ ਸੁਣ ਲੈ ਤਾਂ ਮੰਨਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆ ਦੀ ਸੁਣ ਲੈ ਮੈਂ ਕੀ ਜਾਣਾ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆ ਦੀ ਸੁਣ ਲੈ ਹਾਂ ਮੈਂ ਕੀ ਜਾਣਾ ਜੇ ਮੇਰੀ ਸੁਣ ਲੈ ਮੈਂ ਤਾਂ ਤਾਂ ਮੰਨਾ ਦੁਨੀਆ ਦੀ ਸੁਣ ਲੈ ਹਾਂ ਮੈਂ ਕੀ ਜਾਣਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਐ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੱਡੇ ਵੱਡੇ ਤੇਰੇ ਦਰ ਤੇ ਆ ਕੇ ਝੁਕਦੇ ਨੇ ਉਹਨਾਂ ਦੀ ਸੁਣਦਾ ਤੂੰ ਔਖੇ ਵੇਲੇ ਉਹਨਾਂ ਦੀ ਅਰਦਾਸ ਬੇਨਤੀ ਕਬੂਲ ਹੁੰਦੀ ਹੈ ਤੇਰੇ ਦਰ ਤੇ ਰੰਕਾ ਤਾਰਿਓ ਬੰਕਾ ਤਾਰਿਓ ਤਾਰਿਓ ਸਦਨਾ ਕਸਾਈ ਸਦਨੇ ਕਸਾਈ ਵਰਗਿਆਂ ਦੀ ਸੁਣ ਲਈ ਆ ਮੇਰੀ ਵੀ ਸੁਣ ਲਓ ਹੁਣ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਕਿੱਥੇ ਪਸ਼ਾਵਰ ਕਿੱਥੇ ਅੰਮ੍ਰਿਤਸਰ ਸਤਿਗੁਰਾਂ ਦੇ ਦਰ ਤੇ ਅਰਦਾਸ ਬੇਨਤੀ ਕਬੂਲ ਹੋਈ ਮਹਾਰਾਜ ਆਪਣੇ ਆਨੰਦ ਦੇ ਵਿੱਚ ਬੈਠੇ ਨੇ ਆਪਣੀ ਮੌਜ ਦੇ ਵਿੱਚ ਬੈਠੇ ਨੇ ਤੇ ਗੁਰਮੁਖ ਪਿਆਰਿਓ ਹੁਣ ਬੱਟੇ ਦੀ ਚੈਕਿੰਗ ਹੋਣ ਲੱਗੀ ਹੈ ਇਧਰ ਮਹਾਰਾਜ ਨੇ 5 ਪੈਸੇ ਚੁੱਕੇ ਹੱਥ ਤੇ ਰੱਖੇ ਹੱਥ ਦੀ ਤਲੀ ਤੇ ਕਦੇ ਉਹਨੂੰ ਇੱਧਰ ਕਰਦੇ ਆ ਕਦੇ ਉਹਨੂੰ ਇੱਧਰ ਕਰਦੇ ਆ ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜਾਣੀ ਜਾਣਦੇ ਸਾਰਿਆਂ ਦੇ ਦਿਲਾਂ ਦੀ ਜਾਣਦੇ ਨੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪੀਰ ਪਛਾਨਤ ਸਾਰਿਆਂ ਨੂੰ ਮਹਾਰਾਜ ਜਾਣਦੇ ਨੇ ਪੜਿਓ ਸਾਰੀ ਸੰਗਤ ਸਤਿਗੁਰ ਮੇਰੇ ਜਾਣਦੇ ਭਲਿਆਂ ਤੇ ਬੁਰਿਆਂ ਤਾਈ 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 ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਤਾਈ ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਤਾਈ ਸਤਿਗੁਰ ਮੇਰੇ ਜਾਣਦੇ
ਜਾਣਦੇ ਬੁਰਿਆਂ ਤੇ ਭਲਿਆਂ ਤਾਈਂ ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਤਾਈਂ ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਤਾਈਂ ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਤਾਈਂ ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਤਾਈਂ 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 ਉਹ ਬੁਰਿਆਂ ਤੇ ਭਲਿਆਂ ਤਾਈਂ ਬੁਰਿਆਂ ਤੇ ਭਲਿਆਂ ਤਾਈਂ ਉਹ ਬੁਰਿਆਂ ਤੇ ਭਲਿਆਂ ਤਾਈਂ 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 ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਤਾਈਂ ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਤਾਈਂ ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਤਾਈਂ ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਤਾਈਂ ਸਤਿਗੁਰ ਮੇਰੇ ਜਾਣਦੇ ਬੁਰਿਆਂ ਤੇ ਭਲਿਆਂ ਤਾਈਂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸਤਿਗੁਰੂ ਸਾਰਿਆਂ ਨੂੰ ਜਾਣਦੇ ਨੇ। 5 ਪੈਸੇ ਚੁੱਕ ਕੇ ਮਹਾਰਾਜ ਨੇ ਹੱਥ ਦੀ ਤਲੀ ਤੇ ਰੱਖੇ, ਕਦੇ ਇੱਧਰ ਘਮਾਉਂਦੇ ਆ ਕਦੇ ਉੱਧਰ ਘਮਾਉਂਦੇ ਆ ਤੇ ਸੰਗਤਾਂ ਪੁੱਛਦੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਕੀ ਖੇਡ ਹੈ ਆਪ ਜੀ ਦੀ। ਮਹਾਰਾਜ ਕਹਿੰਦੇ ਭਾਈ ਪਿਸ਼ਾਵਰ ਦੇ ਵਿੱਚ ਸਾਡਾ ਗੁਰਸਿੱਖ ਹੈ ਇੱਕ, ਸਾਨੂੰ ਪ੍ਰੇਮ ਕਰਨ ਵਾਲਾ ਭਾਈ ਕਟਾਰੂ, ਉਹਦੇ ਬੱਟਿਆਂ ਦੀ ਚੈਕਿੰਗ ਹੋ ਰਹੀ ਹੈ, ਵਿਰੋਧੀਆਂ ਨੇ ਉਹਦੇ ਬੱਟੇ ਚੁੱਕ ਲਏ ਬਦਲ ਦਿੱਤੇ ਤੇ ਉਹ ਬੱਟੇ ਮਹਾਰਾਜ ਕਹਿੰਦੇ ਅਸੀਂ ਪੂਰੇ ਕਰ ਰਹੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਧਰ ਗੁਰਮੁਖ ਪਿਆਰਿਓ ਚੈਕਿੰਗ ਕੀਤੀ ਮਾਲ ਵਿਭਾਗ ਵਾਲਿਆਂ ਨੇ ਤੇ ਜਦੋਂ ਬੱਟੇ ਸਾਰੇ ਪੂਰੇ ਹੋ ਗਏ ਮਹਾਰਾਜ ਦੀ ਕਿਰਪਾ ਦੇ ਨਾਲ, ਸਤਿਗੁਰਾਂ ਦੀ ਕਿਰਪਾ ਦੇ ਨਾਲ। ਇਸ ਕਰਕੇ ਜਦੋਂ ਗੁਰਮੁਖ ਪਿਆਰੇ ਉਹਨਾਂ ਨੂੰ ਪਤਾ ਲੱਗਿਆ ਵੀ ਬੱਟੇ ਤੇ ਪੂਰੇ ਆ ਸਾਰੇ, ਵੀ ਇਹ ਤੇ ਕਿਸੇ ਨੇ ਸ਼ਿਕਾਇਤ ਕੀਤੀ ਆ ਜਾਣ ਕੇ, ਫਿਰ ਉਹਨਾਂ ਦੀ ਦੁਕਾਨ ਵੱਲ ਚਲੇ ਗਏ ਬਾਲ ਵਿਭਾਗ ਵਾਲੇ ਤੇ ਜਾ ਕੇ ਉਹਨਾਂ ਦੀ ਦੁਕਾਨ ਤੇ ਛਾਪੇਮਾਰੀ ਮਾਰੀ ਤੇ ਗੁਰਮੁਖ ਪਿਆਰੇ ਘੱਟ ਤੋਲਦੇ ਸੀ ਤੇ ਘਟੀਆ ਸਮਾਨ ਸੀ ਜਿਹੜਾ ਵਧੀਆ ਕਹਿ ਕੇ ਵੇਚਦੇ ਸੀ। ਤੇ ਫਿਰ ਗੁਰਮੁਖ ਪਿਆਰਿਓ ਉਹਨਾਂ ਦੇ ਗੁਰਮੁਖ ਪਿਆਰਿਓ ਫਿਰ ਮਾਲ ਵਿਭਾਗ ਵਾਲਿਆਂ ਨੇ ਸਾਰਾ ਕੁਝ ਜ਼ਬਤ ਕਰ ਲਿਆ, ਉਹਨਾਂ ਨੇ ਸ਼ਰਮਿੰਦੇ ਹੋ ਗਏ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਿੱਖ ਦੇ ਨਾਲ ਅਸੀਂ ਇਦਾਂ ਕੀਤੀ ਤੇ ਭਾਈ ਕਟਾਰੂ ਜੀ ਤੋਂ ਮਾਫੀਆਂ ਮੰਗਦੇ ਨੇ। ਫਿਰ ਕਹਿੰਦੇ ਭਾਈ ਮੇਰੇ ਸਤਿਗੁਰਾਂ ਨੇ ਮੈਨੂੰ ਸਿਖਾਈ ਇਹ ਹੈ ਕਿ ਭਾਈ ਸੱਚ ਬੋਲਣਾ ਹੈ, ਸੱਚ ਤੋਲਣਾ ਹੈ। ਜੇ ਮੈਂ ਸੱਚ ਤੇ ਖੜਾ ਸੀ ਤਾਂ ਅੱਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮੇਰੀ ਲਾਜ ਰੱਖੀ। ਆਖੋ ਸਤਨਾਮ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਜੋ ਮੈਨੂੰ ਸਿਖਾਇਆ ਮੈਂ ਤੇ ਉਸੇ ਤੇ ਹੀ ਚੱਲਦਾ। ਆਓ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ। ਗੁਰਮੁਖ ਪਿਆਰਿਓ, ਸਰਦਾਰ ਭਗਵਾਨ ਸਿੰਘ ਜੀ ਜੋ ਕਿ ਜਿਨ੍ਹਾਂ ਤੇ ਸਤਿਗੁਰਾਂ ਨੇ ਬੜੀ ਰਹਿਮਤ ਕੀਤੀ, ਇਹਨਾਂ ਦਾ ਬੇਟਾ ਜੋ ਕੈਨੇਡਾ ਦੇ ਵਿੱਚ ਕਾਕਾ ਤਰਨਜੋਤ ਸਿੰਘ ਜੀ PR ਹੋ ਕੇ ਆਪਣੇ ਨਗਰ 6.5 ਸਾਲਾਂ ਬਾਅਦ ਵਾਪਸ ਆਏ ਨੇ। ਸੋ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਕਈ ਦਿਨਾਂ ਤੋਂ ਲੈ ਕਰਕੇ ਸੇਵਕ ਪਰਿਵਾਰ ਨੇ ਸਤਿਗੁਰਾਂ ਦੀ ਰੱਬੀ ਬਾਣੀ ਦੇ
ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਜਿਹਦੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ। ਭੋਗ ਦੇ ਸਮੇਂ ਤੇ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ, ਰਿਸ਼ਤੇਦਾਰ, ਨਗਰ ਨਿਵਾਸੀ ਸੰਗਤਾਂ, ਦੋਸਤ ਮਿੱਤਰ, ਸਾਰੀ ਸੰਗਤ ਦਾ ਪਰਿਵਾਰ ਦੇ ਵੱਲੋਂ ਧੰਨਵਾਦ ਹੈ। ਸੋ ਹੁਣ 6 ਪੌੜੀ ਆਨੰਦ ਸਾਹਿਬ ਜੀ ਦੇ ਜਾਪ ਇਤਿਹਾਸਕ ਵਿਚਾਰ ਕਰਦੇ ਆਂ, ਗੁਰਬਾਣੀ ਦੀ ਵਿਚਾਰ ਕਰਦੇ ਆਂ। ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਤੇ ਸੰਗਤ ਬਖਸ਼ਣ ਯੋਗ ਹੈ। ਸਾਰੀ ਸੰਗਤ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਾਜ਼ਰੀ ਪ੍ਰਵਾਨ ਕਰਨ। ਸਾਰੀ ਸੰਗਤ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਸੇਵਕ ਪਰਿਵਾਰ ਦਾ ਧੰਨਵਾਦ, ਜਿਨ੍ਹਾਂ ਨੇ ਕਈ ਦਿਨਾਂ ਤੋਂ ਲੈ ਕਰਕੇ ਬੜੀ ਸੇਵਾ ਕੀਤੀ। ਆਓ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਵਿੱਚ। ਸਤਿਗੁਰੂ ਪਾਤਸ਼ਾਹ ਜੀ ਇਸ ਪਰਿਵਾਰ ਤੇ ਸਦਾ ਹੀ ਰਹਿਮਤ ਭਰਿਆ ਹੱਥ ਰੱਖਿਓ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਿਓ, ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲ ਕਰ ਲਿਓ। ਆਓ ਇੱਕੋ ਹੀ ਧਾਰਨਾ ਪੜਾਂਗੇ ਪਰਿਵਾਰ ਦੇ ਪਰਥਾਏ, ਫਿਰ ਆਨੰਦ ਸਾਹਿਬ ਜੀ ਦੇ ਜਾਪ। ਕਰਿਓ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ, ਕਰਿਓ ਮਨਜੂਰ ਦਾਤਾ ਸੇਵਕਾਂ ਦੀ ਸੇਵਾ। ਕਰਿਓ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ, ਕਰਿਓ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ। ਕਰਿਓ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ। ਓ ਕਰਿਓ ਮਨਜੂਰ ਇਹਨਾਂ ਸੇਵਕਾਂ ਦੀ ਸੇਵਾ। ਸੇਵਕਾਂ ਦੀ ਸੇਵਾ, ਸੇਵਕਾਂ ਦੀ ਸੇਵਾ ਦਾਤਾ ਸੇਵਕਾਂ ਦੀ ਸੇਵਾ, ਸੇਵਕਾਂ ਦੀ ਸੇਵਾ। ਸੇਵਕਾਂ ਦੀ ਸੇਵਾ ਦਾਤਾ ਸੇਵਕਾਂ ਦੀ ਸੇਵਾ, ਸੇਵਕਾਂ ਦੀ ਸੇਵਾ ਇਹਨਾਂ ਸੇਵਕਾਂ ਦੀ ਸੇਵਾ। ਸੇਵਕਾਂ ਦੀ ਸੇਵਾ ਇਹਨਾਂ ਸੇਵਕਾਂ ਦੀ ਸੇਵਾ। ਸੇਵਕਾਂ ਦੀ ਸੇਵਾ ਇਹਨਾਂ ਸੇਵਕਾਂ ਦੀ ਸੇਵਾ। ਕਰਿਓ ਮਨਜੂਰ ਦਾਤਾ ਸੇਵਕਾਂ ਦੀ ਸੇਵਾ, ਕਰਿਓ ਮਨਜੂਰ ਦਾਤਾ ਸੇਵਕਾਂ ਦੀ ਸੇਵਾ। ਕਰਿਓ ਮਨਜੂਰ ਦਾਤਾ ਸੇਵਕਾਂ ਦੀ ਸੇਵਾ, ਕਰਿਓ ਮਨਜੂਰ ਦਾਤਾ ਸੇਵਕਾਂ ਦੀ ਸੇਵਾ। ਕਰਿਓ ਮਨਜੂਰ ਦਾਤਾ ਸੇਵਕਾਂ ਦੀ ਸੇਵਾ, ਕਰਿਓ ਮਨਜੂਰ ਦਾਤਾ ਸੇਵਕਾਂ ਦੀ ਸੇਵਾ। ਆਓ ਸਤਿਗੁਰੂ ਜੀ ਪਾਤਸ਼ਾਹ ਜੀ ਕਿਰਪਾ ਕਰਨ, ਸੇਵਕ ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨ। ਆਓ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਵਿੱਚ ਜੁੜ ਕੇ ਸਾਰੀ ਸੰਗਤ ਆਪਣੇ ਰਸਨਾ ਪਵਿੱਤਰ ਕਰੋ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਦਾਨੀਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸੋਨਾ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਦਰੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਜੇ ਸਾਹਿਬਾ ਕਿਆ ਨਹੀਂ ਕਰਦੇ ਰਹਿ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹਾਂ ਤੇਰੀ ਨਾਮ ਮਨ ਚ ਵਸਾਵੇ। ਨਾਮ ਜਿਨ ਕੈ ਮਨ ਬਸਿਆ ਬਾਤੇ ਸਭ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜੇ
ਬਿਨ ਭੁੱਖਾ ਸਭ ਗਵਾਈਆਂ। ਘਰ ਸਾਥ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ। ਬੜਾ ਗੁਰਬਾਨ ਕੀਤਾ ਗੁਰ ਮਿਟੋ ਜਿਸ ਦੀ ਆਏ ਵਡਿਆਈਆਂ। ਕਹੈ ਨਾਨਕ ਸੁਣੋ ਬੰਤੋ ਸ਼ਬਦ ਤਲੋ ਪਿਆਰੋ ਸਾਡਾ। ਨਾਮ ਮੇਰਾ ਗਾਰੋ ਬਾਟੇ ਪੰਜ ਸ਼ਬਦ ਤੁਤਕਾਰ ਸਪਾਗੈ। ਘਰ ਸੁਭਾਗੇ ਸ਼ਬਦ ਮਾਨੇ ਕਲਾਂਜਿਤ ਕਰ ਤਾਰੀਆਂ। ਪੰਜ ਦੂਤ ਤੁਧ ਵਾਸੇ ਕੀਤੇ ਕਾਲ ਕੰਟ ਕਮਾਇਆ। ਗੁਰ ਕਰਮ ਪਾਇਆ ਤੁਝ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤਾ ਸੁਖ ਹੋਆ ਤਿਤ ਕਰ ਅਨਹਦ ਬਾਜੇ। ਆਨੰਦ ਸੁਨੋ ਬੜ ਭਾਗਿਓ ਸਗਲ ਮਨੋਰਥ ਪੂਰੇ। ਹਰ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਰੋਗ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰ ਸੇ ਊਰੇ ਗੁਰ ਤੇ ਜਾਣੀ। ਸੁਣਦੇ ਪੁਨੀਤ ਕਹਦੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਜਨਵੰਤ ਨਾਨਕ ਗੁਰ ਦਰ ਲਾਗੇ ਬਾਜੇ ਅਨਹਦ ਪੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਗੁਰ ਸੁਰਾਤ ਗੋਦਾਈ ਦਾਇਆ ਖੋਲੇ ਸਗਲੋ ਜਾਗੋ ਤੋ। ਚੰਗਿਆਈਆਂ ਬੁਰਿਆਈਆਂ ਸਾਚੇ ਧਰਮ ਹਦੂਰ। ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇਰੇ ਕੋ ਜੋਲੇ ਕੋਟੀ ਸੁਖੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਦੇਵ ਕੋ ਜੋਲੇ ਕੋਟੀ ਸੁਖੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ